किछ कहिए टीवी चैनल ਦੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਣਾ ਅੱਜ ਦਾ ਵਿਸ਼ਾ ਹੈ ਧੀਆਂ ਦੇ ਘਰ ਉਜਾੜਨ ਵਿੱਚ ਮਾਵਾਂ ਦੀ ਭੂਮਿਕਾ। ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਔਰਤ ਦੀ ਕੀ ਤਰਾਸਦੀ ਰਹੀ ਹੈ, ਕਿਸ ਤਰ੍ਹਾਂ ਉਸ ਨੂੰ ਨਕਾਰਿਆ ਜਾਂਦਾ ਰਿਹਾ ਹੈ, ਕਿਸ ਤਰ੍ਹਾਂ ਅੱਜ ਵੀ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਤੇ ਸਾਡੇ ਮਰਦ ਪ੍ਰਧਾਨ ਸਮਾਜ ਦੀ ਉਸ ਪ੍ਰਤੀ ਕੀ ਮਾਨਸਿਕਤਾ ਹੈ। ਇਹਨਾਂ ਸਾਰੇ ਸਵਾਲਾਂ ਦੇ ਘੇਰੇ ਵਿੱਚ ਜਦੋਂ ਅਸੀਂ ਔਰਤ ਦੀ ਸਥਿਤੀ ਨੂੰ ਵਿਚਾਰਦੇ ਹਾਂ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਇਹ ਬੜੀ ਹੀ ਨਿਆਰੀ ਤੇ ਨਿਰਾਲੀ ਜਿਹੀ ਗੱਲ ਹੈ ਕਿ ਜਦੋਂ ਵੀ ਕੋਈ ਦੋਸ਼ ਮੜਨਾ ਹੋਵੇ ਤਾਂ ਧੀ ਦੇ ਮਾਪਿਆਂ ਤੇ ਮੜਨਾ ਬੜਾ ਆਸਾਨ ਹੁੰਦਾ। ਪਹਿਲੀ ਗੱਲ ਤਾਂ ਮਾਪੇ ਧੀਆਂ ਨੂੰ ਬਹੁਤ ਪਿਆਰ ਨਾਲ ਪਾਲਦੇ ਹਨ, ਪੜ੍ਹਾਉਂਦੇ ਹਨ, ਵਿਆਹੁੰਦੇ ਹਨ ਤੇ ਵਿਆਹ ਦੇ ਉੱਤੇ ਸਭ ਜਾਣਦੇ ਹਾਂ ਕਿ ਵਿੱਤ ਮੁਜਬ ਮਾਪੇ ਵੱਧ ਤੋਂ ਵੱਧ ਖਰਚਾ ਕਰਦੇ ਹਨ। ਜਿੰਨਾ ਵੀ ਉਹਨਾਂ ਦੀ ਪਹੁੰਚ ਹੁੰਦੀ ਹੈ ਉਹ ਵਿੱਤੋਂ ਵੱਧ ਕੇ ਵੀ ਕਈ ਵਾਰੀ ਖਰਚਾ ਕਰਦੇ ਹਨ ਤੇ ਆਪਣੀ ਧੀ ਨੂੰ ਉਹਦੇ ਘਰ ਤੋਰਨ ਦੀ ਹਿੰਮਤ ਕਰਦੇ ਹਨ। ਇਹ ਵੀ ਬੜੀ ਅਜੀਬ ਜਿਹੀ ਰੀਤ ਹੈ ਕਿ ਜਿਹੜੀ ਧੀ ਨੂੰ ਇੰਨੇ ਲਾਡਾਂ ਪਿਆਰਾਂ ਨਾਲ ਪਾਲਿਆ ਹੁੰਦਾ ਹੈ ਉਸ ਨੂੰ ਇੱਕ ਦਿਨ ਪਰਾਈ ਕਰਨਾ ਪੈਂਦਾ ਹੈ। ਪਹਿਲੀਆਂ ਜਿਹੜੀਆਂ ਰੀਤਾਂ ਪਹਿਲੇ ਜਿਹੜੇ ਸਮੇਂ ਸੀਗੇ ਉਹਨਾਂ ਸਮਿਆਂ ਦੇ ਵਿੱਚ ਮਾਵਾਂ ਵੀ ਅਨਪੜ੍ਹ ਸਨ ਤੇ ਧੀਆਂ ਵੀ ਅਨਪੜ੍ਹ ਸਨ। ਧੀ ਨੂੰ ਜਦੋਂ ਕੋਈ ਸਹੁਰੇ ਘਰ ਦੇ ਵਿੱਚ ਗੜਬੜ ਲੱਗਦੀ ਸੀ ਜਾਂ ਉਹਨੂੰ ਕੁਛ ਮਹਿਸੂਸ ਹੁੰਦਾ ਸੀ ਕਿ ਉਹਦੇ ਨਾਲ ਸਹੀ ਵਤੀਰਾ ਨਹੀਂ ਹੋ ਰਿਹਾ ਤਾਂ ਉਹਦੇ ਕੋਲ ਕਿਉਂਕਿ ਆਵਾਜਾਈ ਦੇ ਸਾਧਨ ਨਹੀਂ ਸਨ ਜਾਂ ਸੰਚਾਰ ਦੇ ਸਾਧਨ ਨਹੀਂ ਸਨ ਤੇ ਉਹ ਚੁੱਪ ਕਰਕੇ ਆਪਣੇ ਤੇ ਬਣੀ ਕੱਟ ਲੈਂਦੀ ਸੀ। ਹੁਣ ਕਿਉਂਕਿ ਸੰਚਾਰ ਦੇ ਸਾਧਨ ਫੋਨ, ਮੋਬਾਈਲ ਫੋਨ ਬੜੇ ਹੋ ਗਏ ਨੇ ਤੇ ਇਸ ਕਰਕੇ ਧੀ ਆਪਣੀ ਸਾਰੀ ਗੱਲ ਆਪਣੀ ਮਾਂ ਨਾਲ ਸਾਂਝੀ ਕਰ ਲੈਂਦੀ ਹੈ। ਮਾਂ ਜਿਹੜੀ ਹੈ ਉਹ ਧੀ ਦੀ ਗੂੜੀ ਸਹੇਲੀ ਵੀ ਕਹੀ ਜਾ ਸਕਦੀ ਹੈ ਕਿਉਂਕਿ ਮਾਂ ਤੋਂ ਬਿਨਾਂ ਉਹ ਕਿਸੇ ਹੋਰ ਨਾਲ ਕੋਈ ਵੀ ਗੱਲ ਸਾਂਝੀ ਕਰਨ ਤੋਂ ਕਤਰਾਉਂਦੀ ਹੈ ਤੇ ਇਸੇ ਕਰਕੇ ਸ਼ਾਇਦ ਸਹੁਰਿਆਂ ਦੇ ਮਨ ਦੇ ਵਿੱਚ ਜਾਂਦੀ ਹੈ ਕਿ ਸਾਡੀ ਨੂੰਹ ਆਪਣੀ ਮਾਂ ਦੇ ਨਾਲ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ, ਉਹਨੂੰ ਸਾਡੇ ਘਰ ਦੀਆਂ ਸਾਰੀਆਂ ਗੱਲਾਂ ਦੱਸਦੀ ਹੈ ਤੇ ਜਿਵੇਂ ਮਾਂ ਉਂਗਲ ਦਿੰਦੀ ਹੈ ਉਵੇਂ ਸਾਡੀ ਨੂੰਹ ਵਤੀਰਾ ਕਰਦੀ ਹੈ। ਮੈਂ ਬੜੇ ਗੌਰ ਦੇ ਨਾਲ ਇਸ ਚੀਜ਼ ਨੂੰ ਵਿਚਾਰਿਆ ਹੈ, ਬੜੇ ਹੀ ਸੰਜੀਦਾ ਹੋ ਕੇ ਇਸ ਪੱਖ ਦੇ ਉੱਤੇ ਮੈਂ ਆਪਣਾ ਦਿਮਾਗ ਘੁਮਾਇਆ ਹੈ। ਮੈਨੂੰ ਲੱਗਦਾ ਹੈ ਕਿ ਇਹ ਗੱਲ 100% ਸਹੀ ਨਹੀਂ ਹੋ ਸਕਦੀ, ਭਾਵੇਂ ਕਿ ਮੈਂ ਇਸ ਨੂੰ 100% ਗਲਤ ਵੀ ਨਹੀਂ ਮੰਨਦੀ। ਹੋ ਸਕਦਾ ਹੈ ਕਿਤੇ ਨਾ ਕਿਤੇ ਮਾਵਾਂ ਵੱਲੋਂ ਇਸ ਤਰ੍ਹਾਂ ਦੀ ਕੁਤਾਹੀ ਕੀਤੀ ਜਾਂਦੀ ਹੋਵੇ ਕਿ ਉਹ ਆਪਣੀ ਧੀ ਦੇ ਵਸਦੇ ਘਰ ਨੂੰ ਉਜਾੜਨ ਵਿੱਚ ਕੋਈ ਭੂਮਿਕਾ ਚੇਤ ਰੂਪ ਦੇ ਵਿੱਚ ਨਿਭਾਉਂਦੀਆਂ ਹੋਣ। ਉਹ ਵੀ ਉੱਥੇ ਹੋ ਸਕਦਾ ਹੈ ਜਿੱਥੇ ਮਾਂ ਦੀ ਸਮਝ ਪੁਰਾਤਨਵਾਦੀ, ਪਰੰਪਰਾਵਾਦੀ ਹੋਵੇ ਤੇ ਉਹਦੇ ਕੋਲ ਹੋਰ ਕੋਈ ਹੱਲ ਨਾ ਹੋਵੇ ਕਿ ਆਪਣੀ ਧੀ ਨੂੰ ਸੁਝਾਅ ਦੇ ਸਕੇ ਕਿ ਤੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲੈ,
ਇਸ ਤਰੀਕੇ ਨਾਲ ਤੇਰਾ ਘਰ ਵਸ ਸਕਦਾ ਹੈ, ਇਸ ਤਰੀਕੇ ਨਾਲ ਤੂੰ ਆਪਣੇ ਘਰ ਦੀ ਸਮੱਸਿਆ ਦਾ ਹੱਲ ਕਰ ਸਕਦੀ ਹੈ। ਤਾਂ ਅੱਜ ਦੀਆਂ ਮਾਵਾਂ ਪੜ੍ਹੀਆਂ ਲਿਖੀਆਂ ਮਾਵਾਂ ਨੇ, ਜਿਨ੍ਹਾਂ ਦੇ ਅੰਦਰ ਇੰਨੀ ਕੁ ਸਮਝ ਹੈ ਕਿ ਪਹਿਲਾਂ ਉਹ ਧੀ ਨੂੰ ਪਾਲਣ ਉੱਤੇ ਕਿੰਨਾ ਸਮਾਂ ਲਾਉਂਦੀਆਂ ਨੇ, ਕਿੰਨਾ ਖਰਚਾ ਕਰਦੀਆਂ ਨੇ ਉਹਦੇ ਪਾਲਣ ਪੋਸ਼ਣ ਉੱਤੇ, ਉਹਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਨ ਉੱਤੇ, ਤੇ ਫਿਰ ਉਹਨੂੰ ਉਹਦੇ ਪੈਰਾਂ ਤੇ ਖੜੀ ਕਰਨ ਤੱਕ ਵੀ ਬਹੁਤ ਜ਼ਿਆਦਾ ਖਰਚਾ, ਜਿਵੇਂ ਪੁੱਤ ਦੇ ਪਾਲਣ ਪੋਸ਼ਣ 'ਚ ਹੁੰਦਾ ਹੈ, ਉਸੇ ਤਰੀਕੇ ਨਾਲ ਅੱਜ ਧੀਆਂ ਦੇ ਪਾਲਣ ਪੋਸ਼ਣ ਤੇ ਵੀ ਹੁੰਦਾ ਹੈ। ਕਿਉਂਕਿ ਅੱਜ ਧੀਆਂ ਨੂੰ ਚੁੱਪ ਕਰਕੇ ਘਰੇ ਨਹੀਂ ਬਿਠਾਇਆ ਜਾਂਦਾ, ਤੇ ਉਦੋਂ ਰੋਟੀਆਂ ਖਾ ਕੇ ਹੀ ਜਵਾਨ ਨਹੀਂ ਹੁੰਦੀਆਂ, ਬਲਕਿ ਉਹਨਾਂ ਦੀ ਪੜ੍ਹਾਈ ਲਿਖਾਈ, ਉਹਨਾਂ ਦੇ ਰਹਿਣ ਸਹਿਣ, ਉਹਨਾਂ ਦੇ ਸਟੇਟਸ ਸਿੰਬਲ ਨੂੰ ਆਪਣੇ ਮੁਤਾਬਕ, ਆਪਣੇ ਸਟੇਟਸ ਸਿੰਬਲ ਦੇ ਮੁਤਾਬਕ ਮਾਪੇ ਸਾਰੇ ਹੀ ਵਧੀਆ ਤਰੀਕੇ ਨਾਲ ਪਾਲਦੇ, ਪੜ੍ਹਾਉਂਦੇ ਤੇ ਲਿਖਾਉਂਦੇ ਨੇ, ਤੇ ਉਹਨਾਂ ਦਾ ਕਰੀਅਰ ਬਣਾਉਣ ਦੀ ਉਹ ਕੋਸ਼ਿਸ਼ ਕਰਦੇ ਨੇ। ਹੁਣ ਜਦੋਂ ਉਹਨਾਂ ਦਾ ਕਰੀਅਰ ਵੀ ਬਣ ਜਾਂਦਾ ਹੈ, ਜਦੋਂ ਪੜ੍ਹ ਲਿਖ ਵੀ ਜਾਂਦੀਆਂ, ਸਭ ਕੁਝ ਹੋ ਜਾਂਦਾ ਹੈ, ਤਾਂ ਵਿਆਹ ਦੇ ਉੱਤੇ ਵੀ ਤੁਸੀਂ ਜਾਣਦੇ ਹੋ ਕਿ ਕਿੰਨਾ ਖਰਚਾ ਆਉਂਦਾ ਹੈ। ਕੋਈ 100,000 ਦੀ ਗੱਲ ਤਾਂ ਹੁੰਦੀ ਨਹੀਂ, ਲੱਖਾਂ ਰੁਪਏ ਖਰਚ ਕਰਦੇ ਨੇ ਮਾਪੇ ਤਾਂ ਕਿ ਉਹਨਾਂ ਦੀ ਧੀ ਆਪਣੇ ਘਰ ਵਿੱਚ ਸੁਖੀ ਵਸੇ। ਹੁੰਦਾ ਇਹ ਹੈ ਕਿ ਨਵੇਂ ਘਰ ਦੇ ਵਿੱਚ ਜਾ ਕੇ ਜਦੋਂ ਧੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਐਡਜਸਟਮੈਂਟ ਕਰਨ ਦੇ ਵਿੱਚ, ਤਾਂ ਉਹ ਗੱਲ ਕਿਹਦੇ ਨਾਲ ਕਰੇ। ਹਾਂ, ਪਹਿਲਾਂ ਜਦੋਂ ਸਹੂਲਤਾਂ ਨਹੀਂ ਸਨ ਤਾਂ ਉਹ ਆਪਣੇ ਮਨ ਮੁਤਾਬਕ ਜਿਵੇਂ ਉਹਨੂੰ ਚੰਗਾ ਲੱਗਦਾ ਸੀ ਜਾਂ ਜਿਵੇਂ ਉਹ ਠੀਕ ਸਮਝਦੀ ਸੀ ਉਵੇਂ ਉਹ ਕਰ ਲੈਂਦੀ ਸੀ, ਤੇ ਕਦੇ ਕਦਾਈ ਜਾ ਕੇ ਮਾਂ ਦੇ ਨਾਲ ਮਿਲ ਲੈਂਦੀ ਸੀ, ਤੇ ਮਾਂ ਉਹਨੂੰ ਜਿਸ ਤਰ੍ਹਾਂ ਦਾ ਵੀ ਸੁਝਾਅ ਦਿੰਦੀ ਸੀ ਉਹਦੇ ਹਿਸਾਬ ਨਾਲ ਉਹ ਆਪਣੀ ਸਮਝ ਦੇ ਹਿਸਾਬ ਨਾਲ ਵਰਤਾਵਾ ਕਰ ਲੈਂਦੀਆਂ ਹੋਣਗੀਆਂ। ਤੇ ਹੋ ਸਕਦਾ ਉੱਥੇ ਅਨਪੜ੍ਹ ਮਾਵਾਂ ਜਿਹੜੀਆਂ ਨੇ ਉਹ ਇਹ ਨਾ ਸੋਚ ਸਕਦੀਆਂ ਹੋਣ ਕਿ ਧੀ ਦਾ ਘਰ ਇਹਦੇ ਨਾਲ ਉਜੜੇਗਾ ਜਾਂ ਧੀ ਦਾ ਘਰ ਇਹਦੇ ਨਾਲ ਵਸੇਗਾ। ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿ ਧੀ ਜੇ ਆਪਣੇ ਪ੍ਰਭੁਤਵ ਨੂੰ ਕਾਇਮ ਕਰਦੀ ਹੈ ਤਾਂ ਉਸ ਦਾ ਘਰ ਵਸ ਜਾਏਗਾ। ਪਰ ਹੁਣ ਗੱਲ ਉਲਟ ਹੈ। ਹੁਣ ਜਿਹੜੀ ਮਾਂ ਹੈ ਉਹ ਵੀ ਪੜ੍ਹੀ ਲਿਖੀ ਹੈ, ਜਿਹੜੀ ਧੀ ਹੈ ਉਹ ਵੀ ਪੜ੍ਹੀ ਲਿਖੀ ਹੈ, ਦੋਹਾਂ ਦੇ ਕੋਲ ਦਿਮਾਗ ਹੈ, ਦੋਹਾਂ ਦੇ ਕੋਲ ਸੋਚ ਵਿਚਾਰ ਹੈ। ਤਾਂ ਹੁਣ ਜਦੋਂ ਐਡਜਸਟਮੈਂਟ ਦੀ ਕੋਈ ਗੱਲ ਆਉਂਦੀ ਹੈ, ਆਉਣੀ ਹੁੰਦੀ ਹੀ ਹੈ, ਲਾਜ਼ਮੀ ਹੈ ਕਿ ਨਵੇਂ ਵਾਤਾਵਰਣ ਦੇ ਵਿੱਚ ਜਦੋਂ ਐਡਜਸਟਮੈਂਟ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਥਾਂ ਤੇ ਧੀ ਨੂੰ ਹੀ ਐਡਜਸਟਮੈਂਟ ਕਰਨੀ ਪੈਂਦੀ ਹੈ, ਕਿਉਂਕਿ ਸਹੁਰੇ ਪਰਿਵਾਰ ਵਾਲੇ ਜਾਂ ਪਤੀ ਕੋਈ ਵੀ ਇਸ ਤਰ੍ਹਾਂ ਦੀ ਐਡਜਸਟਮੈਂਟ ਨਹੀਂ ਕਰਦਾ, ਜਿਹੜੀ ਕਿ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ। ਕਿਉਂਕਿ ਘਰ ਦੇ ਵਿੱਚ ਇੱਕ ਨਵਾਂ ਜੀਅ ਆਇਆ, ਉਹ ਕਿਸੇ ਹੋਰ ਪਰਿਵੇਸ਼ ਦੇ ਵਿੱਚੋਂ ਪਲ ਕੇ ਆਇਆ, ਉਹਦੇ ਉੱਥੇ ਕੁਝ ਹੋਰ ਰਹਿਣ ਸਹਿਣ ਦੇ ਢੰਗ ਸਨ, ਉਹਨਾਂ ਦੀਆਂ ਕੁਝ ਹੋਰ ਮਰਿਆਦਾਵਾਂ ਸਨ, ਲੇਕਿਨ ਇਸ ਨਵੇਂ ਘਰ ਦੇ ਵਿੱਚ ਇੱਕ ਨਵੀਂ ਮਰਿਆਦਾ ਦੇ ਵਿੱਚ ਉਹਨੂੰ ਢਲਣਾ ਹੈ, ਜਿਸ ਦੇ ਵਿੱਚ ਢਲਣ ਵਾਸਤੇ ਉਹਨੂੰ ਕੁਝ ਸਮਾਂ ਵੀ ਲੱਗ ਸਕਦਾ ਹੈ। ਇਸ ਸਮਾਂ ਲੱਗਣ ਨੂੰ ਸਹੁਰੇ ਤੇ ਪਤੀ ਕੋਈ ਵੀ ਪਛਾਣਦਾ ਨਹੀਂ, ਤੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਤੰਗ ਕੀਤਾ ਜਾਂਦਾ, ਇੱਦਾਂ ਨਹੀਂ ਇੱਦਾਂ ਕਰਦੀਆਂ, ਇੱਦਾਂ ਨਹੀਂ ਇੱਦਾਂ ਕਰਦੀਆਂ। ਤਾਂ ਕਿਤੇ ਨਾ ਕਿਤੇ ਔਖੀ ਹੋ ਕੇ ਜਿਹੜੀ ਧੀ ਹੈ ਉਹ ਆਪਣੀ ਮਾਂ ਦੇ ਨਾਲ ਗੱਲਬਾਤ ਸਾਂਝੀ ਕਰ ਲੈਂਦੀ ਹੈ। ਪਰ ਹੁਣ ਜਿਹੜੀ ਮਾਂ ਆ ਉਹ ਪੜ੍ਹੀ ਲਿਖੀ ਹੈ, ਉਸਨੇ ਵੀ ਜ਼ਿੰਦਗੀ ਹੰਢਾਈ ਹੈ, ਉਸ ਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਸਕਦੀਆਂ ਨੇ। ਤਾਂ ਉਹਨੂੰ ਮੇਰੀ ਚਾਚੀ ਕਦੇ ਵੀ ਘਰ ਤੋੜਨ ਵਾਲੀ ਸਲਾਹ ਨਹੀਂ ਦੇਵੇਗੀ। ਕਿਉਂ ਨਹੀਂ ਦੇਵੇਗੀ? ਕਿਉਂਕਿ ਉਹਨੂੰ ਪਤਾ ਹੈ ਕਿ ਜੇ ਧੀ ਦਾ ਘਰ ਟੁੱਟੇਗਾ ਤਾਂ ਮੁਸ਼ਕਲ ਕਿਸ ਨੂੰ ਹੋਣੀ ਹੈ, ਜਿਸਨੇ ਜਣੀਆਂ ਉਸ ਨੂੰ ਬਣੀਆਂ ਵਾਲੀ ਗੱਲ ਹੋਏਗੀ ਨਾ, ਕਿ ਧੀ ਜੇ ਘਰ ਦੇ ਵਿੱਚ ਸੌਖੀ ਨਹੀਂ ਹੋਏਗੀ ਤਾਂ ਉਹ ਕਿਹਦੇ ਕੋਲ ਆਏਗੀ? ਮਾਂ ਪਿਓ ਕੋਲ ਵਾਪਸ ਆਏਗੀ। ਮਾਂ ਪਿਓ ਕੋਲ ਵਾਪਸ ਆਏਗੀ ਤੇ ਮਾਂ ਪਿਓ ਨੂੰ ਇਸ ਚੀਜ਼ ਦਾ ਦੁੱਖ ਨਹੀਂ ਹੋਏਗਾ ਕਿ ਉਹਨਾਂ ਦੀ ਧੀ ਘਰ ਵਾਪਸ ਆ ਗਈ ਹੈ। ਉਹ ਤਾਂ ਸਗੋਂ ਚਾਹਣਗੇ ਕਿ ਇੰਨਾ ਖਰਚਾ ਕਰਨ ਦੇ ਬਾਅਦ ਜੇ ਉਹਨਾਂ ਦੀ ਧੀ ਸਹੁਰੇ ਘਰ ਪਹੁੰਚੀ ਹੈ ਤਾਂ ਉਸ ਘਰ ਦੇ ਵਿੱਚ ਉਸ ਦਾ ਵਸੇਬਾ ਹੋਣਾ ਲਾਜ਼ਮੀ ਹੈ, ਤੇ ਉੱਥੇ ਹੋ ਜਾਵੇ, ਤੇ ਉਹ ਆਪਣੀ ਧੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਡਜਸਟਮੈਂਟ ਕਰਨ ਦੀਆਂ ਸਲਾਹਾਂ ਹੀ ਦੇਣਗੇ, ਚਾਹੇ ਉਹ ਮਾਂ ਹੈ ਚਾਹੇ ਉਹ ਪਿਓ ਹੈ। ਤੇ ਬਹੁਤੀ ਗੱਲ ਲੋਕ ਕਹਿ ਦਿੰਦੇ ਕਿ ਮਾਵਾਂ ਘਰ ਉਜਾੜਦੀਆਂ ਨੇ, ਪਰ ਮਾਵਾਂ ਘਰ ਨਹੀਂ ਉਜਾੜ ਸਕਦੀਆਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੰਨਾ ਖਰਚਾ ਕਰਨ ਦੇ ਬਾਅਦ ਅਸੀਂ ਧੀ ਨੂੰ ਸਹੁਰੇ ਘਰ ਤੋਰਿਆ ਤੇ ਹੁਣ ਇਹਦਾ ਘਰ ਵਸਣਾ ਹੀ ਚਾਹੀਦਾ। ਇਹ ਵੀ ਹੋ ਸਕਦਾ ਹੈ ਕਿ ਧੀ ਮਾਂ ਦੇ ਨਾਲ ਕੋਈ ਆਪਣੇ ਸਹੁਰੇ ਘਰ ਦੀ ਗੱਲ ਨਾ ਵੀ ਕਰਦੀ ਹੋ, ਕਿਉਂਕਿ ਬਹੁਤੀ ਵਾਰ ਇਹ ਹੁੰਦਾ ਕਿ ਧੀਆਂ ਪੜ੍ਹਦੀਆਂ ਰਹਿੰਦੀਆਂ ਨੇ, ਘਰ ਦੇ ਵਿੱਚ ਘਰ ਦੇ ਕੰਮਾਂ ਵੱਲ ਉਹਨਾਂ ਦਾ ਧਿਆਨ ਘੱਟ ਹੁੰਦਾ ਹੈ, ਮਾਂ ਉਹਨਾਂ ਨੂੰ ਕੁਛ ਲਾਡ ਲਡਾਉਂਦੀ ਰਹਿੰਦੀ ਹੈ,
ਜਾਂ ਉਹਨਾਂ ਨੂੰ ਕੰਪੈਲ ਨਹੀਂ ਕਰਦੀ, ਮਜਬੂਰ ਨਹੀਂ ਕਰਦੀ ਕਿ ਉਹ ਘਰ ਦੇ ਕੰਮ ਕਰਨ। ਤੇ ਫਿਰ ਜਦੋਂ ਸਹੁਰੇ ਘਰ ਜਾ ਕੇ ਪਰੇਸ਼ਾਨੀ ਆਉਂਦੀ, ਉਹਨਾਂ ਨੂੰ ਰਸੋਈ ਦੇ ਕੰਮ ਨਹੀਂ ਆਉਂਦੇ, ਤਾਂ ਇਹ ਵੀ ਹੋ ਸਕਦਾ ਹੈ ਕਿ ਧੀਆਂ ਉਹ ਰਸੋਈ ਦੇ ਕੰਮਾਂ ਬਾਰੇ ਸਲਾਹ ਆਪਣੀ ਮਾਂ ਤੋਂ ਮੰਗਦੀਆਂ ਹੋਣ। ਜ਼ਰੂਰੀ ਤਾਂ ਨਹੀਂ ਕਿ ਉਹ ਆਪਣੇ ਘਰ ਦੀਆਂ ਚੁਗਲੀਆਂ ਹੀ ਕਰਦੀਆਂ ਹੋਣ, ਉਹ ਕੋਈ ਹੋਰ ਸਲਾਹ ਵੀ ਮੰਗ ਸਕਦੀਆਂ ਨੇ, ਕਿਉਂਕਿ ਮਾਂ ਹੀ ਧੀ ਦੀ ਰਾਜਦਾਰ ਹੁੰਦੀ ਹੈ ਤੇ ਧੀ ਮਾਂ ਤੋਂ ਹੀ ਬੇਝਿਜਕ ਹੋ ਕੇ ਸਲਾਹ ਮੰਗ ਸਕਦੀ ਹੈ। ਤਾਂ ਇਸ ਸਲਾਹ ਮਸ਼ਵਰੇ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੀ ਮਾਂ ਆ ਉਹ ਧੀ ਨੂੰ ਗਲਤ ਰਸਤੇ ਹੀ ਪਾਏਗੀ। ਜਿਹੜੀ ਵੀ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਉਹਦੇ ਵਿੱਚ ਹੋ ਸਕਦਾ ਹੈ ਧੀ ਇਸ ਕਰਕੇ ਮਾਂ ਨੂੰ ਫੋਨ ਕਰਦੀ ਹੋਵੇ ਕਿ ਉਹ ਆਪਣੇ ਰਸੋਈ ਦੇ ਕੰਮਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹੋਵੇ, ਉਹ ਆਪਣੇ ਹੋਰ ਵਰਤਾਵੇ ਬਾਰੇ ਮਾਂ ਤੋਂ ਪੁੱਛਣਾ ਚਾਹੁੰਦੀ ਹੋਵੇ ਕਿ ਮਾਂ ਇਸ ਤਰ੍ਹਾਂ ਦੀ ਸਮੱਸਿਆ ਜੇ ਆਉਂਦੀ ਆ ਤਾਂ ਮੈਨੂੰ ਉਹਦੇ ਨਾਲ ਕਿਵੇਂ ਨਜਿੱਠਣਾ ਚਾਹੀਦਾ। ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਮੈਨੂੰ ਇਸ ਤਰ੍ਹਾਂ ਦੀਆਂ ਸਲਾਹਾਂ ਦਿਓ, ਮੈਂ ਕੀ ਕਰਾਂ, ਮੇਰੇ ਨਾਲ ਲੋਕ ਇਸ ਤਰ੍ਹਾਂ ਦਾ ਇੱਥੇ ਵਰਤਾਅ ਕਰਦੇ ਆ, ਮੈਂ ਕਿਵੇਂ ਕਰਾਂ। ਤਾਂ ਮੇਰੀ ਜਾਚੇ ਜਿਹੜੀ ਪੜ੍ਹੀ ਲਿਖੀ ਮਾਂ ਆ ਉਹ ਹਮੇਸ਼ਾ ਇਹੀ ਚਾਹੇਗੀ ਕਿ ਉਹਦੀ ਧੀ ਹਰ ਤਰ੍ਹਾਂ ਨਾਲ ਘਰ ਦੇ ਹਰ ਬੰਦੇ ਨਾਲ ਐਡਜਸਟ ਕਰੇ, ਕਿਉਂਕਿ ਜੇ ਉਹ ਐਡਜਸਟਮੈਂਟ ਕਰ ਸਕੇਗੀ ਤਾਂ ਹੀ ਉਹਦਾ ਘਰ ਵਸ ਸਕੇਗਾ। ਤੇ ਨਿੱਕੀਆਂ ਮੋਟੀਆਂ ਗੱਲਾਂ ਜ਼ਰੂਰੀ ਹੁੰਦੀਆਂ ਕਿ ਉਹਨਾਂ ਦੇ ਵਿੱਚੋਂ ਧੀ ਜਿਹੜੀ ਹੈ ਉਹ ਪਾਰ ਪਾ ਸਕੇ, ਉਹਨਾਂ ਨੂੰ ਸੁਲਝਾ ਸਕੇ। ਸੋ ਮਾਂ ਦਾ ਮਸ਼ਵਰਾ ਤਾਂ ਇਹੀ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਧੀ ਦਾ ਘਰ ਵਸਦਾ ਦੇਖੇ, ਤੇ ਮਾਂ ਦਾ ਮਸ਼ਵਰਾ ਇਹ ਹੋਵੇ ਕਿ ਧੀਏ ਤੂੰ ਇੱਥੇ ਇਸ ਤਰ੍ਹਾਂ ਕਰ ਲੈ, ਇੱਥੇ ਇਸ ਤਰ੍ਹਾਂ ਕਰ ਲੈ, ਤਾਂ ਕਿ ਤੇਰੇ ਸਾਰੇ ਘਰ ਦੇ ਜਿਹੜੇ ਹੈ ਉਹ ਖੁਸ਼ ਰਹਿਣ। ਸੋ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮਾਵਾਂ ਧੀਆਂ ਦੇ ਘਰ ਉਜਾੜਦੀਆਂ ਨੇ, ਹੋ ਸਕਦਾ ਉਹ ਕੁਛ ਹੱਦ ਤੱਕ ਸਹੀ ਵੀ ਹੋਣ, ਲੇਕਿਨ ਮੇਰੇ ਹਿਸਾਬ ਨਾਲ ਜਿਹੜੀਆਂ ਮਾਵਾਂ ਪੜ੍ਹੀਆਂ ਲਿਖੀਆਂ ਨੇ ਉਹ ਮਾਵਾਂ ਇਸ ਤਰ੍ਹਾਂ ਦੀ ਕੁਤਾਹੀ ਕਦੇ ਨਹੀਂ ਕਰ ਸਕਦੀਆਂ, ਕਿਉਂਕਿ ਕੁਤਾਹੀ ਉਹੀ ਲੋਕ ਕਰ ਸਕਦੇ ਨੇ ਜਿਨ੍ਹਾਂ ਦੇ ਦਿਮਾਗ ਦੀ ਸਮਝ ਘੱਟ ਹੁੰਦੀ ਹੈ, ਤੇ ਉਹ ਦਿਮਾਗ ਦੀ ਸਮਝ ਉਹਨਾਂ ਕੁ ਦਿਮਾਗ ਜਿਹੜਾ ਹੁੰਦਾ ਹੈ ਉਹ ਇੱਕ ਅਨਪੜ੍ਹ ਬੰਦੇ ਦਾ ਹੋ ਸਕਦਾ। ਸੋ ਅਨਪੜ੍ਹ ਜਿਹੜੀ ਮਾਂ ਹੋਏਗੀ, ਹੋ ਸਕਦਾ ਉਹ ਆਪਣੀ ਧੀ ਨੂੰ ਗਲਤ ਸਲਾਹ ਦੇ ਸਕਦੀ ਹੋਵੇ, ਪਰ ਮੈਂ ਉੱਥੇ ਵੀ ਨਹੀਂ ਕਹਿੰਦੀ ਕਿ ਸਾਰੀਆਂ ਅਨਪੜ੍ਹ ਮਾਵਾਂ ਹੀ ਗਲਤ ਹੋਣਗੀਆਂ। ਸਾਰੀਆਂ ਅਨਪੜ੍ਹ ਮਾਵਾਂ ਵੀ ਜ਼ਿੰਦਗੀ ਦੇ ਤਜਰਬੇ ਨਾਲ ਲਬਰੇਜ਼ ਹੁੰਦੀਆਂ ਨੇ, ਤੇ ਉਹ ਵੀ ਆਪਣੀ ਧੀ ਨੂੰ ਇਸ ਤਰ੍ਹਾਂ ਕਦੇ ਵੀ ਉੱਜੜਦੀ ਦੇਖ ਕੇ ਖੁਸ਼ ਨਹੀਂ ਹੋਣਗੀਆਂ। ਸੋ ਜਿੱਥੋਂ ਤੱਕ ਮੇਰਾ ਵਿਚਾਰ ਹੈ, ਮੈਂ ਇਹੀ ਕਹਾਂਗੀ ਕਿ ਹੋ ਸਕਦਾ ਹੈ ਕੁਝ ਮਾਵਾਂ ਇਸ ਤਰ੍ਹਾਂ ਦੀ ਹੋਣ ਜਿਹੜੀਆਂ ਆਪਣੀ ਧੀ ਨੂੰ ਇਸ ਤਰ੍ਹਾਂ ਪੁੱਠੀਆਂ ਸਲਾਹਾਂ ਦੇ ਕੇ ਉਸਦੇ ਵਸਦੇ ਘਰ ਨੂੰ ਉਜਾੜ ਦੇਣ, ਪਰ ਜਿਹੜੀਆਂ ਮਾਵਾਂ ਆਪਣੀ ਧੀ ਲਈ ਇੰਨਾ ਜ਼ਿਆਦਾ ਕੰਮ ਕਰਦੀਆਂ ਨੇ, ਸਾਰੀ ਉਮਰ ਉਹਦੇ ਲਈ ਦਾਜ ਇਕੱਠਾ ਕਰਦੀਆਂ ਨੇ, ਸਾਰੀ ਉਮਰ ਉਹਦੇ ਸੁੱਖ ਨੂੰ ਚਾਹੁੰਦੀਆਂ ਨੇ, ਕਿਉਂਕਿ ਧੀ ਜਿਹੜੀ ਹੁੰਦੀ ਆ ਉਹ ਮਾਂ ਦੀ ਇੱਕ ਤਰ੍ਹਾਂ ਨਾਲ ਅੰਦਰ ਤਾਂ ਹੈ ਹੀ, ਉਹਦੀ ਇੱਕ ਤਰ੍ਹਾਂ ਨਾਲ ਜਾਨ ਹੁੰਦੀ ਹੈ। ਪੁੱਤ ਜਿਹੜੇ ਨੇ ਉਹ ਬੇਸ਼ੱਕ ਬਹੁਤ ਪਿਆਰੇ ਹੁੰਦੇ ਨੇ, ਲੇਕਿਨ ਧੀ ਮਾਂ ਦੀ ਰੂਹ ਦੇ ਜ਼ਿਆਦਾ ਨੇੜ ਹੁੰਦੀ ਹੈ, ਕਿਉਂਕਿ ਮਾਂ ਨੂੰ ਪਤਾ ਹੁੰਦਾ ਕਿ ਇਹਨੇ ਇੱਕ ਦਿਨ ਛੱਡ ਜਾਣਾ। ਸੋ ਮਾਂ ਧੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ, ਤੇ ਉਹ ਕਦੇ ਵੀ ਨਹੀਂ ਚਾਹੇਗੀ ਕਿ ਉਸਦੀ ਪਿਆਰੀ ਧੀ ਇਸ ਤਰ੍ਹਾਂ ਦੇ ਦੁੱਖਾਂ ਭਰੇ ਜੀਵਨ ਦੇ ਵਿੱਚ ਪ੍ਰਵੇਸ਼ ਕਰੇ ਜਿਹੜਾ ਕਿ ਉਸ ਨੂੰ ਸਾਰੀ ਉਮਰ ਹੀ ਸਾੜਦਾ ਰਹੇ, ਸਾਰੀ ਉਮਰ ਹੀ ਸਾਲਦਾ ਰਹੇ। ਸੋ ਹਰ ਇੱਕ ਮਾਂ ਦਾ ਇਹ ਇੱਕ ਕਰਤੱਵ ਹੁੰਦਾ ਹੈ ਕਿ ਉਹ ਆਪਣੀ ਧੀ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਵੇ, ਇਸ ਤਰ੍ਹਾਂ ਦੀ ਸਲਾਹ ਦੇਵੇ ਕਿ ਉਹ ਆਪਣੇ ਨਵੇਂ ਘਰ ਦੇ ਵਿੱਚ ਸਹੀ ਤਰੀਕੇ ਨਾਲ ਐਡਜਸਟ ਕਰ ਸਕੇ। ਤੇ ਜੇ ਕਿਤੇ ਧੀ ਉਸ ਤੋਂ ਕੋਈ ਸਲਾਹ ਪੁੱਛੇ ਵੀ ਤਾਂ ਹਰ ਇੱਕ ਸੋਚਵਾਨ ਮਾਂ ਇਹੀ ਸਲਾਹ ਦੇਗੀ ਕਿ ਧੀਏ ਤੂੰ ਇਸ ਤਰ੍ਹਾਂ ਦਾ ਕੰਮ ਕਰ ਜਿਹਦੇ ਵਿੱਚ ਤੇਰੇ ਸਹੁਰੇ ਪਰਿਵਾਰ ਵਾਲੇ ਸਾਰੇ ਹੀ ਖੁਸ਼ ਹੋਣ। ਚਲੋ ਜੇ ਸਾਰੇ ਖੁਸ਼ ਨਹੀਂ ਤਾਂ ਘੱਟੋ ਘੱਟ ਅੱਧ ਪਚੱਧੇ ਤਾਂ ਖੁਸ਼ ਹੋਣ ਹੀ। ਤੂੰ ਇਸ ਤਰ੍ਹਾਂ ਕਰਕੇ ਦੇਖ ਲਾ, ਹੋ ਸਕਦਾ ਹੈ ਇਹਦੇ ਨਾਲ ਤੇਰੀ ਸਮੱਸਿਆ ਹੱਲ ਹੋ ਜਾਏ, ਤੂੰ ਇਸ ਤਰ੍ਹਾਂ ਕਰਕੇ ਦੇਖ ਲਾ, ਹੋ ਸਕਦਾ ਤੇਰੀ ਸਮੱਸਿਆ ਇਹਦੇ ਨਾਲ ਹੱਲ ਹੋ ਜਾਵੇ। ਸੋ ਸਮੱਸਿਆ ਦੇ ਹੱਲ ਵਾਲੇ ਪਾਸੇ ਜ਼ਿਆਦਾ ਤੁਰੇਗੀ, ਨਾ ਕਿ ਸਮੱਸਿਆ ਨੂੰ ਉਲਝਾਉਣ ਵਾਲੇ ਪਾਸੇ ਤੁਰੇਗੀ। ਮੇਰੀ ਚਾਚੇ ਮਸਲੇ ਉਦੋਂ ਉਲਝਦੇ ਹੋਣਗੇ ਜਦੋਂ ਮਾਂ ਜਿਹੜੀ ਹੈ ਉਹ ਕਹਿੰਦੀ ਹੋਏਗੀ ਕਿ ਤੂੰ ਇਹਨਾਂ ਦੀ ਬਣਾਈ ਚਾਹ ਨਾ ਪੀਵੀਂ, ਆਪਣਾ ਦੁੱਧ ਅਲੱਗ ਲੈ, ਆਪਣੀ ਚਾਹ ਪੱਤੀ ਅਲੱਗ ਲੈ, ਆਪਣੀ ਚਾਹ ਅਲੱਗ ਬਣਾਇਆ ਕਰ, ਆਪਣੀ ਰੋਟੀ ਅਲੱਗ ਬਣਾਇਆ ਕਰ, ਆਪਣੀ ਤੇ ਆਪਣੇ ਘਰ ਵਾਲੇ ਦੀ ਰੋਟੀ ਅਲੱਗ ਬਣਾਇਆ ਕਰ, ਇਹਨਾਂ ਨੂੰ ਸਮਝੀ ਨਾ, ਇਹਨਾਂ ਨੂੰ ਸੋਚ ਹੀ ਨਾ ਇਹਨਾਂ ਦੇ ਬਾਰੇ 'ਚ, ਇਹ ਜਿਵੇਂ ਕਰਦੇ ਆ ਉਵੇਂ ਕਰਦੇ ਰਹਿਣ ਦੇ, ਤੂੰ ਸਾਜਰੇ ਨਾ ਉੱਠ, ਤੂੰ ਐ ਨਾ ਕਰ, ਤੂੰ ਉਹ ਨਾ ਕਰ। ਮਤਲਬ ਇਸ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਪੱਟੀਆਂ ਜਿਹੜੀਆਂ ਨੇ ਉਹ ਕੋਈ ਬੇਵਕੂਫ ਮਾਂ ਹੀ ਪੜ੍ਹਾ ਸਕਦੀ ਹੈ। ਤੇ ਜਿਹੜੀ ਮਾਂ ਨੂੰ ਪਤਾ ਹੈ ਕਿ ਇਹ ਸਾਰੇ ਜਿਹੜੇ ਕਰਤੱਵ ਨੇ, ਫਰਜ਼ ਨੇ, ਇੱਕ ਨੂੰਹ ਦੇ ਲਈ ਲਾਜ਼ਮੀ ਹੋ ਜਾਂਦੇ ਆ, ਕਿਉਂਕਿ ਭਾਰਤੀ ਸਮਾਜ ਦੇ ਵਿੱਚ ਜਿਹੜੀ ਔਰਤ ਹੈ
ਉਸਨੇ ਹੀ ਐਡਜਸਟ ਕਰਨਾ ਹੁੰਦਾ ਹੈ, ਨਾ ਕਿ ਮੁੰਡੇ ਵਾਲਿਆਂ ਨੇ ਜਾਂ ਮੁੰਡੇ ਨੇ ਐਡਜਸਟ ਕਰਨਾ ਹੁੰਦਾ ਹੈ। ਸੋ ਮੇਰੀ ਚਾਚੇ ਜਿਹੜੀ ਪੜ੍ਹੀ ਲਿਖੀ ਮਾਂ ਹੈ, ਉਹ ਕਦੇ ਵੀ ਆਪਣੀ ਧੀ ਨੂੰ ਪੁੱਠੀ ਪੱਟੀ ਪੜਾਉਣ ਵਾਲੇ ਗੱਲ ਰਸਤੇ ਤੇ ਨਹੀਂ ਚੱਲੇਗੀ, ਸਗੋਂ ਧੀ ਨੂੰ ਉਸ ਰਸਤੇ ਤੇ ਚੱਲਣ ਦੀ ਸਲਾਹ ਦੇਵੇਗੀ ਜਿਹਦੇ ਵਿੱਚ ਉਸ ਦਾ ਵੀ ਭਲਾ ਹੋਵੇ, ਉਸਦੇ ਸਹੁਰੇ ਪਰਿਵਾਰ ਦਾ ਵੀ ਭਲਾ ਹੋਵੇ ਤੇ ਉਸ ਦਾ ਸਾਰਾ ਪਰਿਵਾਰ ਖੁਸ਼ੀ ਵਸ ਸਕੇ। ਸੋ ਇੰਨੀਆਂ ਕੁ ਗੱਲਾਂ ਹੀ ਮੇਰੇ ਦਿਮਾਗ 'ਚ ਇਸ ਵੇਲੇ ਆ ਰਹੀਆਂ ਨੇ ਕਿ ਮੇਰੀ ਚਾਚੇ ਕੋਈ ਵੀ ਪੜ੍ਹੀ ਲਿਖੀ ਮਾਂ ਆਪਣੀ ਧੀ ਦਾ ਘਰ ਤੋੜਨ ਬਾਰੇ ਕਦੇ ਵੀ ਨਹੀਂ ਸੋਚ ਸਕਦੀ। ਵੈਸੇ ਤੁਸੀਂ ਵੀ ਸਿਆਣੇ ਹੋ ਸਾਰੇ, ਮੈਨੂੰ ਵੀ ਇਸ ਦੇ ਬਾਰੇ 'ਚ ਹੋਰ ਦੱਸੋ ਕਿ ਕੀ ਸੱਚਮੁੱਚ ਹੀ ਸਾਰੀਆਂ ਅੱਜ ਦੀਆਂ ਮਾਵਾਂ ਜਿਹੜੀਆਂ ਨੇ ਉਹ ਆਪਣੀਆਂ ਧੀਆਂ ਦਾ ਘਰ ਤੋੜਨ ਵਾਸਤੇ ਜਾਗਰੂਕ ਮਤਲਬ ਲੱਗੀਆਂ ਹੁੰਦੀਆਂ ਨੇ, ਜਾਂ ਕੀ ਇਹ ਫਾਲਤੂ ਦੀ ਇੱਕ ਬਹਿਸ ਤੋਰੀ ਹੋਈ ਹੈ ਤਾਂ ਕਿ ਸਹੁਰੇ ਪਰਿਵਾਰ ਵਾਲਿਆਂ ਤੇ ਕੋਈ ਹਰਫ ਨਾ ਆਵੇ ਤੇ ਕੁੜੀ ਦੀ ਮਾਂ ਦੇ ਉੱਤੇ ਹੀ ਸਾਰਾ ਭਾਂਡਾ ਭੰਨ ਦਿੱਤਾ ਜਾਵੇ ਕਿ ਮਾਂ ਨੇ ਚੁੱਕ ਚੁਕਾ ਕੇ ਆਪਣੀ ਧੀ ਨੂੰ ਪਰੇ ਕਰ ਲਿਆ ਤੇ ਉਸ ਦਾ ਘਰ ਵਸਣ ਤੋਂ ਉਜਾੜ ਦਿੱਤਾ, ਵਸਦੀ ਦਾ ਉਜਾੜ ਦਿੱਤਾ। ਸੋ ਪਲੀਜ਼ ਮੈਨੂੰ ਵੀ ਤੁਸੀਂ ਦੱਸਿਓ, ਪਰ ਮੇਰੀ ਸਮਝ ਤਾਂ ਇਹੀ ਕਹਿੰਦੀ ਹੈ ਕਿ ਕੋਈ ਵੀ ਮਾਂ ਘੱਟੋ ਘੱਟ ਆਪਣੀ ਸੁੱਖਾਂ ਲੱਦੀ ਧੀ ਦਾ ਘਰ ਉਜਾੜ ਕੇ ਕਦੇ ਵੀ ਖੁਸ਼ ਨਹੀਂ ਹੋਏਗੀ। ਪਲੀਜ਼ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਧੰਨਵਾਦ।